ਸੋ ਜੋ ਲੜੀਵਾਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿੰਨੇ ਸਤਿਗੁਰਾਂ ਦੀ ਪਾਵਨ ਮੁਖਾਰਵਿੰਦ ਰਸਨਾ ਤੋਂ ਜੋ ਉਚਾਰਨ ਕੀਤੇ ਹੋਏ ਬੈਰਾਗ ਦੇ ਸ਼ਲੋਕ ਨੇ, ਜਿਨ੍ਹਾਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਸੰਗਤ ਜੀ ਜੋ ਜੀਵ ਦਾ ਸੰਸਾਰ 'ਤੇ ਆਉਣ ਦਾ ਪ੍ਰਯੋਜਨ ਕੀ ਹੈ, ਕੀ ਲਕਸ਼ ਹੈ, ਕੀ ਉਹਦੇ ਬਾਬਤ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਆ ਹੈ। ਖਾਸ ਕਰਕੇ ਜਿਹੜੇ ਇਹ ਭੋਗ ਦੇ ਸ਼ਲੋਕ ਨੇ, ਜੋ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1426 'ਤੇ ਪ੍ਰਾਰੰਭ ਹੁੰਦੇ ਨੇ। ਇਹਨਾਂ ਦੇ ਵਿੱਚ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵ ਨੂੰ ਵੈਰਾਗ ਦੇ ਅੰਦਰ ਉਪਦੇਸ਼ ਬਖਸ਼ਦੇ ਨੇ। ਕਿਤੇ ਮਹਾਰਾਜ ਜੀ ਸੰਸਾਰ ਨੂੰ ਅਨਿਤ ਜਨਾਉਂਦੇ ਨੇ, ਮਿਥਿਆ ਦੱਸ ਕਰਕੇ ਉਦਾਹਰਨਾਂ ਦੇ ਕੇ। ਕਦੇ ਮਹਾਰਾਜ ਜੀ ਉਸ ਪਰਮੇਸ਼ਰ ਦੇ ਨਾਲ ਕੈਸੀ ਪ੍ਰੀਤ ਕਰਨੀ ਹੈ, ਉਹਦੇ ਬਾਬਤ ਹਜ਼ੂਰ ਜਾਣਨਾ ਪਾਉਂਦੇ ਨੇ। ਸੋ ਆਓ, ਜੋ ਸਤਿਗੁਰੂ ਮਹਾਰਾਜ ਜੀ ਅੱਜ ਦੇ ਪਾਵਨ ਉਪਦੇਸ਼ ਅੰਦਰ ਕੀ ਬਖਸ਼ਿਸ਼ ਕਰਦੇ ਨੇ, ਜਿਹੜੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਸਾਰੇ ਰਸਨਾ ਨੂੰ ਪਵਿੱਤਰ ਕਰੋ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੰਗਤ ਜੀ ਹਾਜ਼ਰੀ ਲਵਾਓ। ਮਿਲ ਕਰਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰਿ ਭਜਨ ਬਿਰਥਾ। ਕਹੋ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਿਰਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਤਿਲਕ ਜੰਝੂ ਕੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੰਗਤ ਜੀ ਉਪਦੇਸ਼ ਦੀ ਕਿਰਪਾ ਕਰਦੇ ਨੇ ਕਿ ਭਾਈ ਜਿਹੜਾ ਜੀਵ ਹੈ ਉਹ ਸਤਿਗੁਰੂ ਜੀ ਕਹਿੰਦੇ ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ। ਮਹਾਰਾਜ ਨੇ ਇੱਦਾਂ ਕਹਿ ਲਵੋ ਸੰਗਤ ਜੀ ਕਿ ਕੁੱਜੇ ਦੇ ਵਿੱਚ ਸਮੁੰਦਰ ਨੂੰ ਬੰਦ ਕਰਕੇ ਉਪਦੇਸ਼ ਬਖਸ਼ਿਆ ਹੈ। ਭਾਵ ਸਤਿਗੁਰੂ ਜੀ ਨੇ ਸਰਬ ਸਾਂਝਾ ਉਪਦੇਸ਼ ਬਖਸ਼ਿਆ ਹੈ। ਕਿਉਂਕਿ ਜਿਹੜੀ ਬਾਤ, ਜਿਹੜਾ ਉਪਦੇਸ਼ ਸਤਿਗੁਰੂ ਜੀ ਬਖਸ਼ ਰਹੇ ਨੇ, ਇਹ ਉਪਦੇਸ਼ ਸੰਗਤੀ ਸਾਰਿਆਂ 'ਤੇ ਇੱਕੋ ਜਿਹਾ ਲਾਗੂ ਹੈ। ਭਾਵੇਂ ਕੋਈ ਵਿਦਵਾਨ ਹੈ, ਭਾਵੇਂ ਕੋਈ ਸੰਗਤ ਕਰਨ ਵਾਲਾ ਹੈ, ਭਾਵੇਂ ਕੋਈ ਧਾਰਮਿਕ ਮਨੁੱਖ ਹੈ, ਸਤਿਗੁਰੂ ਜੀ ਨੇ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਆ ਹੈ। ਕਿਉਂਕਿ ਮਾਇਆ ਐਸੀ ਚੀਜ਼ ਹੈ, ਸਤਿਗੁਰੂ ਜੀ ਕਹਿੰਦੇ ਇਹ ਵੱਡਿਆਂ ਨੂੰ ਵੀ ਭਰਮਾ ਲੈਂਦੀ ਹੈ। ਇਸ ਮਾਇਆ ਤੋਂ ਬ੍ਰਹਮਾ ਜੀ, ਵਿਸ਼ਨੂੰ ਜੀ, ਭਗਵਾਨ ਸ਼ਿਵ ਵਰਗੇ ਵੱਡੇ ਵੱਡੇ ਗਿਆਨੀ, ਚਾਰ ਵੇਦਾਂ ਦੇ ਵਕਤਾ, ਖੁਦ ਬ੍ਰਹਮਾ ਜੀ ਨਹੀਂ ਬਚੇ। ਉਹਨਾਂ 'ਤੇ ਵੀ ਸੰਗਤ ਜੀ ਮਾਇਆ ਪ੍ਰਬਲ ਹੋ ਗਈ। ਮਾਇਆ ਬਹੁਤ ਪ੍ਰਕਾਰ ਦੀ ਹੈ। ਵਾਸਤਵ ਦੇ ਵਿੱਚ ਮਾਇਆ ਉਹ ਹੈ ਜਿਹੜੀ ਭਾਈ ਹਰੀ ਵਾਹਿਗੁਰੂ ਦੇ ਨਾਲੋਂ ਤੋੜ ਕਰਕੇ
ਜਿਹੜੀ ਜੀਵ ਨੂੰ ਆਪਣੇ ਵਿੱਚ ਲੁਹਾਏ ਮਾਨ ਕਰਦੀ ਹੈ, ਜਿਹੜੀ ਚੀਜ਼ ਆਪਣੇ ਵੱਲ ਖਿੱਚ ਕਰਦੀ ਹੈ, ਉਹਨੂੰ ਵਿਦਵਾਨ ਗੁਰਮੁਖਾਂ ਨੇ ਮਾਇਆ ਕਿਹਾ ਹੈ। ਜਿਹੜੀ ਆਪਣੇ ਵਿੱਚ ਜਿਹੜੀ ਵਸਤੂ ਮੋਹ ਲਵੇ, ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ। ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਣ, ਕਿ ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ, ਧਨ ਦੀ ਪ੍ਰਾਪਤੀ ਵਾਸਤੇ ਜਿਹੜੇ ਮਾਇਆ ਕਾਰਨ ਧਾਵਹੀ, ਧਾਵੀ ਦੇ ਅਰਥ ਨੇ ਦੌੜਨਾ। ਸਤਿਗੁਰੂ ਜੀ ਕਹਿੰਦੇ ਜੀਵ ਚਾਰੇ ਦਿਸ਼ਾਵਾਂ ਦੇ ਵਿੱਚ ਦੌੜਿਆ ਫਿਰਦਾ ਹੈ। ਮੂਰਖ ਲੋਕ ਅਜਾਣ, ਮੂਰਖ ਤੋਂ ਭਾਵ ਬੇਸਮਝ, ਜਿਹਨੂੰ ਧਾਰਮਿਕ ਗ੍ਰੰਥਾਂ ਦਾ ਗਿਆਨ ਹੀ ਨਹੀਂ। ਲੋਕ ਦੇ ਅਰਥ ਸੰਗਤ ਜੀ ਲੋਕ ਹੁੰਦੇ ਨੇ ਅਜਾਣ, ਜਿਹੜਾ ਭਾਵ ਬੇਸਮਝ ਹੈ। ਸਤਿਗੁਰੂ ਜੀ ਕਹਿੰਦੇ ਉਹ ਤਾਂ ਦੌੜਦੀ ਹੈ। ਕਈ ਵਾਰੀ ਸੰਗਤ ਜੀ ਜਿਹੜੇ ਉਪਦੇਸ਼ ਕਰਨ ਵਾਲੇ ਹੁੰਦੇ ਨੇ, ਗੁਰੂ ਕਿਰਪਾ ਕਰਦਾ, ਬਹੁਤ ਐਸੇ ਗੁਰਮੁਖ ਨੇ ਜਿਨ੍ਹਾਂ ਦੀ ਐਸੀ ਅਵਸਥਾ ਹੋਵੇਗੀ ਜੋ ਮਾਇਆ ਮੋਹ ਤੋਂ ਨਿਰਲੇਪ ਨੇ। ਜਿਸ ਪ੍ਰਕਾਰ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਐਸੇ ਸਤਿਪੁਰਖਾਂ ਤੋਂ ਬਗੈਰ ਜਿਹੜੇ ਕੁਝ ਧਾਰਮਿਕ ਵਿਅਕਤੀ ਨੇ, ਮਾਇਆ ਉਹਨਾਂ ਨੂੰ ਵੀ ਪਹੁੰਚ ਜਾਂਦੀ ਹੈ। ਰਾਜੇ ਭਾਰਤਰੀ ਜੋਗੀ ਜੀ ਹੋਏ, ਜੋ ਪਹਿਲਾਂ ਸੰਗਤ ਜੀ ਉਹ ਰਾਜੇ ਸਨ, ਬਾਅਦ ਵਿੱਚ ਉਹਨਾਂ ਨੂੰ ਕਿਸੇ ਕਾਰਨ ਕਰਕੇ ਵੈਰਾਗ ਹੋ ਗਿਆ। ਜਿਸ ਵੇਲੇ ਉਹਨਾਂ ਨੂੰ ਵੈਰਾਗ ਹੋਇਆ ਅਤੇ ਵੈਰਾਗ ਦੇ ਵਿੱਚ ਉਹਨਾਂ ਨੇ ਆ ਕੇ ਆਪਣੇ ਘਰ-ਬਾਰ, ਮਹਿਲ ਮਾੜੀਆਂ, ਜਿੰਨਾ ਰਾਜ ਭਾਗ ਸੀ, ਸਭ ਨੂੰ ਤਜ ਦਿੱਤਾ। ਭਾਵ ਸਭ ਨੂੰ ਛੱਡ ਕੇ ਕੰਦਰਾਂ ਦੇ ਵਿੱਚ, ਪਹਾੜਾਂ ਵਿੱਚ ਚਲੇ ਗਏ। ਜਿਸ ਵੇਲੇ ਸੰਗਤ ਜੀ ਉਹ ਪਹਾੜਾਂ ਵਿੱਚ ਗਏ, ਹੁਣ ਰਾਜੇ ਸਨ, ਸਾਰੀ ਵਿੱਦਿਆ ਦੇ ਜਾਣੂ ਸੀ, ਚੰਗੇ ਵਿਦਵਾਨ ਵੀ ਸਨ। ਉਹਨਾਂ ਦੇ ਵੈਰਾਗ ਸੀ ਜਿਹੜਾ ਹਿਰਦੇ ਦੇ ਵਿੱਚੋਂ ਫੁੱਟ ਕਰਕੇ ਰਸਨਾ 'ਤੇ ਆ ਗਿਆ। ਫਿਰ ਉਹਨਾਂ ਨੇ ਸੰਗਤ ਜੀ ਵੈਰਾਗ ਦੇ ਅੰਦਰ ਆ ਕੇ ਕੁਝ ਗ੍ਰੰਥ ਲਿਖੇ। 3 ਗ੍ਰੰਥ ਉਹਨਾਂ ਨੇ ਲਿਖੇ ਨੇ, ਨੀਤੀ ਸਤਕ, ਵੈਰਾਗ ਸਤਕ ਇਤਿਆਦਿ ਗ੍ਰੰਥ ਸੰਗਤ ਜੀ। ਉਹਦੇ ਵਿੱਚ ਸਭ ਤੋਂ ਜਿਹੜਾ ਪ੍ਰਥਮ ਉਹਨਾਂ ਦਾ ਪਹਿਲਾ ਗ੍ਰੰਥ ਹੈ, ਉਹ ਵੈਰਾਗ ਸਤਕ ਗ੍ਰੰਥ ਹੈ, ਜਿਹਦੇ ਅੰਦਰ ਉਹਨਾਂ ਨੇ ਵੈਰਾਗ ਦੀ ਪਰਿਭਾਸ਼ਾ, ਵੈਰਾਗ ਦੇ ਸ਼ਲੋਕ, ਵੈਰਾਗ ਕਿੰਨੀ ਕਿਸਮ ਦਾ ਹੁੰਦਾ ਹੈ, ਵੈਰਾਗ ਦੇ ਸੰਬੰਧ ਦੇ ਵਿੱਚ ਵਿਸਥਾਰ ਨਾਲ ਲਿਖਿਆ ਹੈ। ਉਹ ਆਪਣੇ ਗ੍ਰੰਥ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਜਿਸ ਪ੍ਰਕਾਰ ਇੱਥੇ ਸਤਿਗੁਰੂ ਸਾਹਿਬ ਜੀ ਬਖਸ਼ ਕਰਦੇ ਨੇ, ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਣ। ਹੁਣ ਮੂਰਖ ਸੰਗਤ ਜੀ ਨੂੰ ਕਹੀਏ ਵਾਹਿਗੁਰੂ ਵੱਲੋਂ ਬੁੱਧੀ ਨਹੀਂ ਬਖਸ਼ੀ, ਉਹ ਨਹੀਂ ਭਾਈ ਵਾਸਤਵ ਦੇ ਵਿੱਚ ਮੂਰਖ ਹੁੰਦਾ। ਮੂਰਖ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਸੰਗਤ ਜੀ ਸਭ ਕੁਝ ਹੁੰਦਿਆਂ ਹੋਇਆਂ, ਸਭ ਜਾਣਕਾਰੀ ਦੇ ਹੁੰਦਿਆਂ, ਗਿਆਨ ਦੇ ਹੁੰਦਿਆਂ, ਨੌਲੇਜ ਹੁੰਦਿਆਂ ਹੋਇਆਂ ਵੀ ਜਿਹੜਾ ਬੇਸਮਝ ਅਗਿਆਨੀ ਬਣਿਆ, ਫਿਰ ਉਹ ਮੂਰਖ ਹੈ। ਕਈ ਵਾਰੀ ਹੁਣ ਸਤਿਗੁਰੂ ਜੀ ਵੀ ਇੱਥੇ ਉਪਦੇਸ਼ ਦੇ ਰਹੇ ਨੇ ਕਿ ਉਹ ਗਿਆਨੀ ਵੀ ਇਹ ਮਾਇਆ ਪਿੱਛੇ ਦੌੜ ਪੈਂਦੇ ਨੇ। ਉਹ ਰਾਜੇ ਭਾਰਤਰੀ ਜੀ ਲਿਖਦੇ ਨੇ ਕਿ ਇੱਕ ਵਾਰੀ ਆਪਣੇ ਵੈਰਾਗ ਸਤ ਗ੍ਰੰਥ ਅੰਦਰ ਕਿ ਇੱਕ ਵਾਰੀ ਕੋਈ ਜੋਤਸ਼ੀ ਸੀ, ਤਾਂ ਜੋਤਸ਼ੀ ਨੇ ਸੰਗਤ ਜੀ ਆਪਣੀ ਜੋਤਿਸ਼ ਮੱਤ ਦੁਆਰਾ, ਜੋਤਿਸ਼ ਵਿੱਦਿਆ ਦੁਆਰਾ ਇਹ ਜਾਣਨਾ ਚਾਹਿਆ ਕਿ ਸੰਸਾਰ ਦੇ ਵਿੱਚ ਪਾਰਸ ਜਿਹੜੀ ਵੱਟੀ ਹੈ, ਕਿ ਜਿਹਨੂੰ ਸੋਨੇ, ਚਾਂਦੀ, ਪਿੱਤਲ ਇਤਿਆਦਿਕ ਦੀਆਂ ਧਾਤਾਂ ਨੇ ਜਿਹੜੀਆਂ, ਜੇ ਕੋਈ ਉਹਨਾਂ ਦੇ ਨਾਲ ਸੰਗਤ ਦੀ ਸਪਰਸ਼ ਕਰ ਦੇਵੇ, ਭਾਵ ਉਹਨਾਂ ਨਾਲ ਛੂਹ ਦੇਵੇ, ਤਾਂ ਉਹ ਸੋਨਾ ਬਣ ਜਾਂਦੀਆਂ ਨੇ। ਤਾਂ ਜੋਤਸ਼ੀ ਦੇ ਮਨ ਵਿੱਚ ਵਿਚਾਰ ਆਇਆ ਕਿ ਆਪਾਂ ਇੰਨੀ ਵਿੱਦਿਆ ਪੜ੍ਹੇ ਹਾਂ, ਜਿਹੜੀ ਚੀਜ਼ ਬਾਰੇ ਧਾਰਮਿਕ ਗ੍ਰੰਥਾਂ ਵਿੱਚ ਜ਼ਿਕਰ ਕੀਤਾ ਹੈ, ਉਹ ਚੀਜ਼ ਜ਼ਰੂਰ ਸੰਸਾਰ ਵਿੱਚ ਹੋਵੇਗੀ। ਕਿਉਂਕਿ ਸੰਗਤ ਜੀ ਕੋਈ ਚੀਜ਼ਾਂ ਅਦ੍ਰਿਸ਼ਟ ਹੁੰਦੀਆਂ ਨੇ, ਵੇਖਣ ਵਿੱਚ ਨਹੀਂ ਆਉਂਦਾ। ਜਿਸ ਤਰ੍ਹਾਂ ਫੁੱਲਾਂ ਦੇ ਵਿੱਚ ਸੁਗੰਧੀ ਤੇ ਵਸਦੀ ਹੈ, ਅੱਜ ਤੱਕ ਕਿਸੇ ਨੇ ਸੁਗੰਧੀ ਵਰਣਨ ਨਹੀਂ ਕੀਤੀ।
ਹਵਾ ਵੇਖ ਲਓ, ਸਾਰੇ ਮਹਿਸੂਸ ਕਰਦੇ ਹਾਂ। ਹਵਾ ਦਾ ਜਿਹੜੇ ਚਿੱਤਰਕਾਰ ਨੇ ਚਰਿੱਤਰ ਬਣਾ ਦਿੰਦੇ ਨੇ, ਪਰ ਹਵਾ ਦਾ ਸਰੂਪ ਕਿਸੇ ਨੇ ਨਹੀਂ ਵੇਖਿਆ, ਹਵਾ ਕਿਹੋ ਜਿਹੀ ਹੈ। ਇਸ ਪ੍ਰਕਾਰ ਕਈ ਵਸਤੂਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਨੇਤਰਾਂ ਦਾ ਵਿਸ਼ਾ ਨਹੀਂ ਹੁੰਦੀਆਂ, ਪਰ ਉਹਨਾਂ ਨੂੰ ਮਹਿਸੂਸ ਕੀਤਾ ਜਾਂਦਾ ਹੈ। ਤਾਂ ਜੋਤਸ਼ੀ ਨੇ ਜਿਸ ਵੇਲੇ ਆਪਣੀ ਵਿੱਦਿਆ ਦੁਆਰਾ ਵੇਖਿਆ ਕਿ ਕਿਤੇ ਪਾਰਸ ਦੀ ਵੱਟੀ ਕਿੱਥੇ ਹੈ, ਤਾਂ ਉਹਨੇ ਸੰਧੀ ਜੋਤਿਸ਼ ਦੁਆਰਾ ਵੇਖਿਆ ਕਿ ਪਾਰਸ ਦੀ ਵੱਟੀ ਇੱਕ ਅਟਕ ਦਰਿਆ ਦੇ ਕੰਢੇ 'ਤੇ ਪਈ ਹੈ, ਜੋ ਉੱਥੇ ਬਹੁਤ ਸਾਰੇ ਪੱਥਰ ਨੇ। ਤਾਂ ਜਿਸ ਵੇਲੇ ਸੰਗਤ ਜੀ ਜੋਤਸ਼ੀ ਨੇ ਹੁਣ ਉਹਦੇ ਬਾਰੇ ਅੱਗੇ ਹੋਰ ਵਿਸਥਾਰ ਦੇ ਨਾਲ ਜਾਣਨਾ ਚਾਹਿਆ ਕਿ ਉੱਥੇ ਕਦੋਂ ਆਈ, ਕਿੰਨੇ ਦਿਨ ਅੱਗੇ ਉਹਨੇ ਹੋਰ ਉੱਥੇ ਰਹਿਣਾ ਹੈ, ਤਾਂ ਜੋਤਿਸ਼ ਮਤ ਦੇ ਮੁਤਾਬਕ ਉਹਨੇ 105 ਦਿਨ ਉੱਥੇ ਉਹ ਵੱਟੀ ਨੇ ਅਟਕ ਦਰਿਆ ਦੇ ਕੰਢੇ 'ਤੇ ਉਹਨੇ ਵਾਸ ਕਰਨਾ ਸੀ, ਭਾਵ ਪੱਥਰਾਂ ਵਿੱਚ ਰਹਿਣਾ ਸੀ। ਜਿਸ ਵੇਲੇ ਜੋਤਸ਼ੀ ਕਾਹਲੀ ਦੇ ਨਾਲ ਦੌੜਿਆ, ਰਹੋ ਵਿਚਾਰ, ਜਿਸ ਵੇਲੇ ਸੰਗਤ ਜੀ ਅਟਕ ਦਰਿਆ ਦੇ ਕੰਢੇ 'ਤੇ ਪੁੱਜਿਆ। ਅਟਕ ਦਰਿਆ ਦੇ ਜਿਸ ਵੇਲੇ ਕੰਢੇ 'ਤੇ ਗਿਆ ਤਾਂ ਉੱਥੇ ਇੱਕ ਮਾਤਾ ਘਾਟ 'ਤੇ ਬੈਠੀ। ਜਿਵੇਂ ਪੁਰਾਤਨ ਸਮੇਂ ਅੰਦਰ ਪਾਣੀ ਦੇ ਬਹੁਤੇ ਸਾਧਨ ਨਹੀਂ ਸੀ ਹੁੰਦੇ, ਨਲ ਵਗੈਰਾ, ਇਹ ਮੋਟਰਾਂ 'ਤੇ ਸੰਗਤ ਅੱਜ ਹੀ ਜ਼ਿਆਦਾ ਸਾਧਨ ਬਣੇ ਨੇ। ਪਹਿਲਾਂ ਲੋਕ ਜਿਵੇਂ ਖੂਹਾਂ ਤੋਂ, ਦੱਸਦੇ ਨੇ ਬਜ਼ੁਰਗ, ਕਈ ਛੱਪੜਾਂ ਤੋਂ ਵੀ ਜਲ ਪਾਣੀ ਛਕਦੇ, ਚਾਹੋ ਸੂਇਆਂ ਤੋਂ, ਨਦੀਆਂ ਨਹਿਰਾਂ ਤੋਂ ਪਾਣੀ ਲੈ ਕੇ ਆਉਂਦੇ। ਤਾਂ ਮਾਤਾਵਾਂ ਸੰਗਤ ਜੀ ਬੈਠੀਆਂ ਘੜੇ ਭਰ ਰਹੀਆਂ ਨੇ। ਘੜੇ ਭਰ ਕੇ ਜਿਵੇਂ ਮਾਈਆਂ ਨੂੰ ਸੁਭਾਅ ਹੁੰਦਾ, ਆਪਣੇ ਪੈਰਾਂ ਦੀਆਂ ਅੱਡੀਆਂ ਕੂਚ ਰਹੀਆਂ ਉੱਥੇ ਪੱਥਰਾਂ ਦੇ ਨਾਲ। ਜਿਹੜੇ ਪਾਰਸ ਦੀ ਵੱਟੀ ਹੈ, ਇੱਕ ਮਾਤਾ ਨੇ ਆਪਣੇ ਹੱਥ ਵਿੱਚ ਲੈ ਕਰਕੇ, ਕਿਉਂਕਿ ਮਾਤਾ ਨੂੰ ਪਤਾ ਨਹੀਂ, ਗਿਆਤ ਨਹੀਂ ਇਹ ਗੱਲ ਦੀ ਕਿ ਪਾਰਸ ਦੀ ਵੱਟੀ ਹੈ, ਉਹਦੇ ਨਾਲ ਆਪਣੇ ਪੈਰ ਦੇ ਉੱਪਰੋਂ ਮੈਲ ਲਾ ਰਹੀ ਹੈ ਖੁਰਚ ਖੁਰਚ ਕੇ। ਤਾਂ ਜਿਸ ਵੇਲੇ ਸੰਗਤ ਜੀ ਹੁਣ ਜੋਤਸ਼ੀ ਜੀ ਵੀ ਉੱਥੇ ਕੰਢੇ 'ਤੇ ਪੁੱਜੇ, ਵੇਖਦੇ ਆ ਮਾਤਾ ਦੇ ਹੱਥਾਂ ਵੱਲ ਕਿ ਪਾਰਸ ਦੀ ਵੱਟੀ ਉਹੀ ਹੈ ਜਿਹੜੀ ਮੇਰੀ ਜੋਤਿਸ਼ ਵਿੱਦਿਆ ਕਹਿੰਦੀ ਹੈ। ਹੁਣ ਜੋਤਸ਼ੀ ਜੀ ਨੇ ਮਨ ਵਿੱਚ ਵਿਚਾਰ ਕੀਤੀ, ਜੇਕਰ ਮੈਂ ਇਹ ਵੱਟੀ ਮਾਤਾ ਤੋਂ ਮੰਗਾਂ, ਮਾਤਾ ਨੇ ਕਹਿਣਾ ਘਾਟ ਦੇ ਉੱਪਰ ਖੜਾ ਹੈ ਭਾਈ, ਹੋਰ ਬੜੇ ਪੱਥਰ ਨੇ, ਇਹ ਚੁੱਕ ਲਾ। ਜੇ ਮੈਂ ਦੱਸ ਦਿੱਤਾ ਕਿ ਪਾਰਸ ਦੀ ਵੱਟੀ ਹੈ, ਜੋਤਸ਼ੀ ਨੇ ਮਨ ਵਿੱਚ ਸੋਚਿਆ ਕਿ ਮਨਾ, ਇੰਨਾ ਕਿਹੜਾ ਮੂਰਖ ਹੋਵੇਗਾ ਜਿਹੜਾ ਤੈਨੂੰ ਆਪਣੇ ਹੱਥ ਵਿੱਚ ਆਇਆ ਵੇ ਖਜ਼ਾਨਾ ਦੇ ਦੇਵੇ। ਤਾਂ ਜਿਸ ਵੇਲੇ ਸੰਗਤ ਜੋਤਸ਼ੀ ਹੁਣ ਮਾਤਾ ਦੇ ਹੱਥਾਂ ਵੱਲ ਝਾਕਦਾ ਹੈ, ਤਾਂ ਜਿਸ ਵੇਲੇ ਮਾਤਾ ਨੇ ਆਪਣੇ ਪੈਰਾਂ ਦੇ ਉੱਪਰੋਂ ਮੈਲ ਲਾਹੀ, ਤਾਂ ਵੱਟੀ ਪਾਰਸ ਦੀ ਬਕਾ ਕੇ ਜਿਵੇਂ ਪੱਥਰ ਮਾਰਦੇ ਆਪਾਂ ਨਹਿਰ ਵਿੱਚ ਮਾਰੀ। ਜਿਸ ਵੇਲੇ ਦਰਿਆ ਅਟਕ ਵਿੱਚ ਮਾਰੀ ਤਾਂ ਜੋਤਸ਼ੀ ਸੰਗਤ ਜੀ ਭੁੱਬਾ ਮਾਰ ਰੋਇਆ, ਹਾਏ ਹਾਏ ਕਰ ਉੱਠਿਆ। ਮਾਤਾ ਨੇ ਕਿਹਾ ਭਾਈ ਕਿਉਂ ਬੱਚਿਆਂ ਵਾਂਗੂ ਬਰਲਾਵ ਕਰ ਰਿਹਾ ਹੈ? ਕਾਰਨ ਦੱਸਿਆ ਮਾਤਾ ਕਿ ਤੈਨੂੰ ਕੀ ਪਤਾ ਜਿਹੜੀ ਤੂੰ ਵੱਟੀ ਮਾਰੀ, ਵੱਟਾ ਪੱਥਰ ਨਦੀ ਵਿੱਚ ਸੁੱਟਿਆ, ਬਹੁਤ ਕੀਮਤੀ ਅਤੇ ਦੁਰਲੱਭ ਅਤੇ ਬੜਾ ਅਮੋਲਕ ਸੀ। ਮਾਤਾ ਕਹਿਣ ਲੱਗੀ ਤੂੰ ਘਾਟ 'ਤੇ ਖੜਿਆ ਭਲਿਆ, ਇੱਥੇ ਕਿੰਨੇ ਹੀ ਪੱਥਰ ਨੇ ਇਹੋ ਜਿਹੇ, ਹੋਰ ਚੁੱਕ ਲਾ। ਤਾਂ ਉਸ ਵੇਲੇ ਜੋਤਸ਼ੀ ਕਹਿਣ ਲੱਗਿਆ ਮਾਤਾ ਪੱਥਰ 'ਤੇ ਬੜੇ ਨੇ, ਇਹ ਪੱਥਰਾਂ ਦਾ ਸਮਰੋਰ ਸੀ, ਇਹ ਪਾਰ ਸੀਗਾ, ਇਹਨੂੰ ਜੇਕਰ ਮੈਂ ਕਿਸੇ ਧਾਤ ਦੇ ਨਾਲ ਸੁਹਾ ਦਿੰਦਾ, ਸਪਰਸ਼ ਕਰ ਦਿੰਦਾ, ਉਹਨੇ ਸੋਨਾ ਬਣ ਜਾਣਾ ਸੀ, ਬੜਾ ਧਨ ਪਦਾਰਥ ਮੇਰੇ ਘਰ ਆ ਜਾਣਾ ਸੀ। ਮਾਤਾ ਕਹਿਣ ਲੱਗੀ ਤੈਨੂੰ ਕੀ ਪਤਾ? ਤਾਂ ਜੋਤਸ਼ੀ ਨੇ ਕਿਹਾ ਕਿ ਮੈਂ ਆਪਣੀ ਜੋਤਿਸ਼ ਵਿੱਦਿਆ ਦੁਆਰਾ, ਆਪਣੇ ਗਿਆਨ ਦੁਆਰਾ ਇਹ ਪੱਥਰ ਦੀ ਜਿਹੜੀ ਜਾਣਕਾਰੀ ਹਾਸਲ ਕੀਤੀ। ਤਾਂ ਸੰਗਤ ਜੀ ਮਾਤਾ ਨੇ ਹੱਸ ਕੇ ਕਿਹਾ ਭਲਿਆ, ਜੇਕਰ ਤੂੰ ਆਪਣੀ ਜੋਤਿਸ਼ ਵਿੱਦਿਆ ਦੁਆਰਾ ਇਉਂ ਪਤਾ ਕਰ ਲਿਆ ਸੀ ਕਿ ਪਾਰਸ ਦੀ ਵੱਟੀ ਫਲਾਨੀ ਜਗ੍ਹਾ ਉੱਪਰ ਪਈ ਹੈ, ਉਹਨੇ ਉੱਥੇ ਇੰਨੇ ਦਿਨ ਰਹਿਣਾ ਹੈ, ਤੂੰ ਆਪਣੀ ਜੋਤਿਸ਼ ਵਿੱਦਿਆ ਦੁਆਰਾ ਇਹ ਕਿਉਂ ਨਾ ਪੜ੍ਹ ਲਿਆ ਕਿ ਉਹ ਮੇਰੇ ਕਰਮਾਂ 'ਚ ਹੈ ਜਾਂ ਨਹੀਂ? ਭਾਵ ਕਿ ਜੋ ਵੀ ਚੀਜ਼ ਕਰਮਾਂ 'ਚ ਹੈ ਜੀਵ ਨੂੰ ਮਿਲਦੀ ਉਹੀ ਹੈ, ਪਰ ਸਤਿਗੁਰੂ ਜੀ ਕਹਿੰਦੇ ਜੀਵ ਅਗਿਆਨ ਭਣੇ ਵਿੱਚ ਆ ਕਰਕੇ ਮੂਰਖਾਂ ਦੀ ਤਰ੍ਹਾਂ, ਮੂਰਖ ਲੋਕ ਅਜਾਨ ਬੇਸਮਝਾਂ ਦੀ ਤਰ੍ਹਾਂ ਮਾਇਆ ਦੇ ਪਿੱਛੇ ਦੌੜਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਸੰਗਤ ਜੀ ਇਹ ਮਾਇਆ ਭਾਈ, ਇਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ,
ਪਰ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਵਾਸ ਆ ਜਾਂਦਾ, ਜਿਨ੍ਹਾਂ ਵਿੱਚ ਸਤਿਗੁਰੂ ਜੀ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ, ਉਹਨਾਂ ਕੋਲ ਸੰਗਤ ਜੀ ਮਾਇਆ ਧਨ ਪਦਾਰਥ ਆਪਣੇ ਆਪ ਚੱਲ ਕੇ ਆਉਂਦੇ ਨੇ। ਉਹ ਮਾਇਆ ਧਨ ਪਦਾਰਥਾਂ ਨੂੰ ਅੰਗੀਕਾਰ ਹੀ ਨਹੀਂ ਕਰਦੇ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਿਸ ਵੇਲੇ ਸੰਗਤ ਜੀ ਇੰਗਲੈਂਡ ਗਏ, ਉਹਨਾਂ ਨੇ ਸਰੀਰ ਵੀ ਆਪਣਾ ਇੰਗਲੈਂਡ ਦੀ ਧਰਤੀ 'ਤੇ ਤਿਆਗਿਆ। ਤਾਂ ਉੱਥੇ ਦੱਸਦੇ ਨੇ ਉਹਨਾਂ ਨੇ ਇੰਨਾ ਭਾਰੀ ਦੀਵਾਨ ਸਜਾਇਆ ਕਿ 2000 ਪਾਉਂਡ ਮਹਾਂਪੁਰਸ਼ਾਂ ਦੇ ਕੀਰਤਨ ਦੀ ਭੇਟਾ ਸੰਗਤਾਂ ਨੇ ਦਿੱਤੀ। ਜਿਸ ਵੇਲੇ ਦਿੱਤੀ ਤਾਂ ਉਹਨਾਂ ਦੇ ਜੀਵਨ ਵਿੱਚ ਲਿਖਿਆ ਹੈ, ਤਾਂ ਸੰਗਤਾਂ ਨੇ ਜਿਸ ਵੇਲੇ ਦੀਵਾਨ ਦੀ ਸਮਾਪਤੀ ਹੋਈ ਤਾਂ ਮਹਾਂਪੁਰਸ਼ਾਂ ਨੂੰ ਉਹ ਪ੍ਰਬੰਧਕਾਂ ਨੇ ਕਿਹਾ ਕਿ ਮਹਾਰਾਜ ਜੀ, ਇਹ ਤੁਹਾਡੀ ਕੀਰਤਨ ਦੀ ਭੇਟਾ ਸੰਗਤਾਂ ਵੱਲੋਂ ਦਿੱਤੀ ਹੈ। ਤਾਂ ਸੰਗਤ ਮਹਾਂਪੁਰਸ਼ਾਂ ਨੇ ਕਿਹਾ ਇੱਥੇ ਲੰਗਰਾਂ ਵਿੱਚ ਵਰਤਾ ਦਿਓ। ਇਹੋ ਜਿਹੇ ਵੀ ਸਤਿਪੁਰਸ਼ ਹੁੰਦੇ ਨੇ ਸੰਗਤ ਜੀ, ਜਿਹੜੇ ਮਾਇਆ ਨੂੰ ਤਿਆਗੀ ਨੇ। ਤਾਂ ਦੇ ਜਿਹੜੇ ਭਾਈ ਕਈ ਵਾਰੀ ਰਾਜਾ ਭਾਰਤਰੀ ਜੀ ਕਹਿੰਦੇ, ਕਈ ਵਾਰੀ ਵੱਡੇ ਵੱਡੇ ਗਿਆਨੀ ਵੀ ਹੋ ਕਰਕੇ ਬ੍ਰਹਮਾ ਜੀ ਵਾਂਗੂ 4 ਵੇਦਾਂ ਦੇ ਵਿਅਕਤਾ ਹੋ ਕੇ ਵੀ, ਜਿਨ੍ਹਾਂ ਦੀ ਰਸਨਾ ਤੋਂ ਵੇਦ ਆਏ, ਕਈ ਵਾਰੀ ਸੰਗਤ ਜੀ ਇਹੋ ਜਿਹੇ ਮਹਾਂਪੁਰਸ਼ਾਂ 'ਤੇ ਵੀ ਮਾਇਆ ਪੈ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਣ। ਇਹ ਮਾਇਆ ਦੇ ਪਿੱਛੇ ਭਾਈ ਮੂਰਖ ਲੋਕ 4 ਦਿਸ਼ਾਵਾਂ ਵਿੱਚ ਦੌੜਦੇ ਫਿਰਦੇ ਨੇ। ਅੱਗੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹੋ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਰਾਨ। ਸਤਿਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਬਖਸ਼ਦੇ ਨੇ ਕਿ ਹੇ ਗੁਰਸਿੱਖੋ, ਹਰੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਜਿਹੜਾ ਮਨੁੱਖਾ ਜਨਮ ਹੈ, ਸਰਾਣ ਦਾ ਅਰਥ ਭਾਈ ਵਿਅਰਥ ਹੈ। ਤੁਹਾਡਾ ਇਹ ਜਨਮ ਵਿਅਰਥ ਹੀ ਬਤੀਤ ਰਿਹਾ ਹੈ। ਅੱਗੇ ਸਤਿਗੁਰੂ ਸਾਹਿਬ ਜੀ ਬਖਸ਼ਦੇ ਨੇ, ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ। ਹਜ਼ੂਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਪਦੇਸ਼ ਦੀ ਕਿਰਪਾ ਕਰਦੇ ਨੇ ਕਿ ਜਿਹੜੇ ਤੇ ਭਾਈ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਉਹਨਾਂ ਦਾ ਤਾਂ ਸੰਗਤ ਜਨਮ ਵਿਅਰਥ ਹੀ ਗਵਾਤਾ ਉਹਨਾਂ ਨੇ ਤਾਂ। ਪਰ ਜਿਹੜੇ ਸਤਿਗੁਰੂ ਜੀ ਕਹਿੰਦੇ ਜੋ ਪ੍ਰਾਨੀ ਨਿਸ ਦਿਨ ਭਜੈ, ਜਿਹੜਾ ਜੀਵ ਜਿਹੜਾ ਗੁਰਸਿੱਖ ਪ੍ਰਭੂ ਦਾ ਪਿਆਰਾ ਵਾਹਿਗੁਰੂ ਦੇ ਨਾਮ ਨੂੰ ਦਿਨ ਤੇ ਰਾਤ ਭਜੇ ਦਾ ਅਰਥ ਹੈ ਭਾਵ ਚੇਤੇ ਕਰਦਾ ਹੈ। ਪਰ ਹੁਣ ਸੰਗਤ ਜੀ ਇਸ ਰੂਪਾਂ ਅੰਦਰ ਥੋੜ੍ਹਾ ਜਿਹੜੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਸਿੰਘ ਪਾਠ ਕਰਦੇ ਆ, ਉਹਨਾਂ ਨੂੰ ਪਤਾ ਹੈ ਕਿ ਹੁਣ ਭਜੇ ਦੀ ਥਾਂ 'ਤੇ ਪਾਠ ਭਜੈ ਛਪਣ ਲੱਗ ਪਿਆ। ਜਜੇ ਨੂੰ ਇੱਕ ਦਲਾਂ ਦੇ ਨਾਲ ਜਿਹੜਾ ਪੁਰਾਤਨ ਸਰੂਪਾਂ ਅੰਦਰ ਪਾਠ ਸ਼ੁੱਧ ਮੰਨਿਆ ਹੈ, ਪਰ ਅੱਜ ਕੱਲ੍ਹ ਜੱਜੇ ਨੂੰ ਭਾਵ ਕੇ ਵਾਹਿਗੁਰੂ ਜੱਜੇ ਨੂੰ 2 ਦਲਾਵਾਂ ਲਾ ਕੇ ਪਾਠ ਛਪਣ ਲੱਗ ਪਿਆ। ਇਹਦੇ ਅਰਥ ਸੇਮ ਹੀ ਨੇ, ਪਰ ਸੰਗਤ ਦੇ ਪੁਰਾਤਨ ਜਿਹੜੇ ਪਾਠ ਸੀ ਉਹ ਸੀ ਭਜੇ। ਸਤਿਗੁਰੂ ਸਾਹਿਬ ਜੀ ਬਖਸ਼ ਕਰਦੇ ਨੇ, ਮਹਾਰਾਜ ਜੀ ਕਹਿੰਦੇ ਜੋ ਪ੍ਰਾਨੀ ਨਿਸ ਦਿਨ ਭਜੇ ਰੂਪ ਰਾਮ ਤਿਹ ਜਾਣ, ਕਿ ਜਿਹੜਾ ਭਾਈ ਦਿਨ ਰਾਤ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਜਿਹਦੇ ਬਾਬਤ ਸਤਿਗੁਰਾਂ ਦੇ ਇਹ ਬਚਨ ਨੇ, ਜਿਨ੍ਹਾਂ ਸਾਸ ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਨਾਨਕ ਪੂਰਨ ਸੋਈ ਸੰਤ। ਮਹਾਰਾਜ ਜੀ ਕਹਿੰਦੇ ਉਹਨਾਂ ਵਿੱਚ ਤੇ ਰਾਮ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ, ਉਹਦੇ ਵਿੱਚ ਸੰਗਤ ਜੀ ਛਿਨ ਮਾਤਰ ਵੀ ਸਤਿਗੁਰੂ ਸਾਹਿਬ ਜੀ ਕਹਿੰਦੇ ਰੰਚਕ ਮਾਤਰ ਵੀ ਭੇਦ ਨਹੀਂ। ਜੋ ਪ੍ਰਾਨੀ ਨਿਸ ਦਿਨ ਭਜੇ ਰੂਪ ਰਾਮ ਤਿਹ ਜਾਨ, ਉਹਨੂੰ ਭਾਈ ਵਾਹਿਗੁਰੂ ਦਾ ਹੀ ਰੂਪ ਜਾਣਨਾ ਕਰੋ, ਕਿਉਂਕਿ ਸੰਗਤ ਜੀ ਉਹਦਾ ਸਰੀਰ ਹੀ ਵੱਖਰਾ ਹੁੰਦਾ ਹੈ। ਸਮਝਣ ਵਾਸਤੇ ਜਿਸ ਤਰ੍ਹਾਂ ਪਾਣੀ ਤੋਂ ਬਰਫ਼ ਬਣਦੀ ਹੈ, ਕਿਉਂਕਿ ਉਹਦੀ ਉਪਾਧੀ ਕਰਕੇ ਜਿਸ ਵੇਲੇ ਪਾਣੀ ਇਕੱਠਾ ਹੋ ਕੇ ਜੰਮ ਜਾਂਦਾ ਹੈ ਤਾਂ ਉਹਨੂੰ ਲੋਕ ਫਿਰ ਪਾਣੀ ਨਹੀਂ ਕਹਿੰਦੇ, ਉਹਨੂੰ ਕਹਿੰਦੇ ਇਹ ਬਰਫ਼ ਹੈ। ਤਾਂ ਜਿਸ ਵੇਲੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਉਹੀ ਪਾਣੀ ਸੰਗਤ ਜੀ ਉਹੀ ਆਪਣੇ ਸਰੂਪ ਅੰਦਰ ਆ ਜਾਂਦਾ ਹੈ। ਬਰਫ਼ ਦੀ ਉਪਾਧੀ ਨਾਸ ਹੋ ਕੇ ਫਿਰ ਪਾਣੀ ਕਹਾਉਂਦਾ ਹੈ। ਇਸ ਪ੍ਰਕਾਰ ਜਿਹੜੇ ਮਹਾਂਪੁਰਸ਼ ਹੁੰਦੇ ਨੇ ਰੱਬ ਦੇ ਪਿਆਰੇ, ਜਿਹੜੇ ਦਿਨ ਤੇ ਰਾਤ ਜਪਣ ਵਾਲੇ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਵਰਗੇ, ਜਿਹੜੇ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦੇ ਨੇ,
ਜਿਹੜੇ ਸੰਗਤ ਜੀ ਰਾਤ ਨੂੰ ਵਿਸ਼ਰਾਮ ਕਰਨ ਲੱਗਿਆਂ ਵੀ 70 ਅੰਗ 40 ਅੰਗ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੜ੍ਹ ਦਿੰਦੇ ਸਨ। ਮਹਾਂਪੁਰਸ਼ਾਂ ਦੇ ਜੀਵਨ ਵਿੱਚ ਲਿਖਿਆ ਮਿਲਦਾ ਹੈ ਕਿ ਜਿਸ ਵੇਲੇ ਮਹਾਂਪੁਰਸ਼ ਸੰਗਤ ਜੀ ਰਾਤ ਨੂੰ ਵਿਸ਼ਰਾਮ ਕਰਦੇ ਤਾਂ ਕਈ ਵਾਰੀ ਮਹਾਂਪੁਰਸ਼ਾਂ ਨੇ ਸਤਿਗੁਰੂ ਦੀ ਬਾਣੀ ਦਾ ਪਾਠ ਕਰਨ ਲੱਗ ਪੈਣਾ। ਸਿੰਘਾਂ ਨੇ ਕਹਿਣਾ, ਮਹਾਰਾਜ ਜੀ ਸਵੇਰੇ ਜਿਸ ਵੇਲੇ ਸੰਥਿਆ ਕਰਾਉਂਦੇ ਕਿ ਆਪ ਜੀਆਂ ਨੇ ਰਾਤ ਜਿਸ ਵੇਲੇ ਬਿਰਾਜੇ ਸੀ ਉਸ ਵੇਲੇ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਕਰ ਰਹੇ ਸੀ, ਤਾਂ ਫਿਰ ਮਹਾਂਪੁਰਸ਼ਾਂ ਨੇ ਸੰਗਤ ਜੀ ਆਪਣੀ ਅਵਸਥਾ ਨਾ ਜਣਾਉਣੀ। ਕਹਿਣਾ, ਨਹੀਂ ਭਾਈ ਸਿੰਘੋ, ਇਹ ਤੁਹਾਨੂੰ ਐਵੇਂ ਹੀ ਭਰਮ ਪੈ ਗਿਆ, ਸਤਿਗੁਰੂ ਕਲਗੀਧਰ ਮਹਾਰਾਜ ਦੀ ਕਿਰਪਾ। ਇਉਂ ਕਹਿ ਕੇ ਸੰਗਤ ਜੀ ਗੱਲ ਨੂੰ ਅਵਸਥਾ ਨੂੰ ਟਾਲ ਦੇਣਾ। ਭਾਵ ਕਿ ਜਿਹੜੇ ਇਹੋ ਜਿਹੇ ਸਤਿਪੁਰਸ਼ ਨੇ ਉਹਨਾਂ ਵਿੱਚ ਤੇ ਮਹਾਰਾਜ ਜੀ ਕਹਿੰਦੇ ਸਾਡੇ ਵਿੱਚ ਕੋਈ ਅੰਤਰ ਨਹੀਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਹਿਤਨਾਮਿਆਂ ਵਿੱਚ ਬਚਨ ਆਉਂਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਾਹੋ ਕਰੋ ਨਿਵਾਸ। ਕਿ ਜਿਹਨੇ ਭਾਈ ਜਿਹੜਾ ਰਹਿਤ ਵਹਿਤ ਦਾ ਧਾਰਨੀ ਹੈ, ਜਿਹੜਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਪਰੇ ਹੈ, ਸਤਿਗੁਰੂ ਜੀ ਕਹਿੰਦੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹ ਤੇ ਮੈਂ ਇੱਕ ਹਾਂ। ਸਤਿਗੁਰੂ ਨੇ ਆਪਣੇ ਬਾਣੀ ਅੰਦਰ, ਸ੍ਰੀ ਦਸਮ ਬਾਣੀ ਅੰਦਰ ਵੀ ਬਚਨ ਕੀਤੇ ਨੇ, ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਸ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਿ ਗੁਰਸਿੱਖੋ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਅਤੇ ਉਹਨੂੰ ਸਮੁੰਦਰ ਦੀਆਂ ਲਹਿਰਾਂ ਨੂੰ ਕਈ ਲੋਕ ਕਹਿੰਦੇ ਨੇ ਕਿ ਇਹ ਲਹਿਰਾਂ ਨੇ, ਹੁੰਦੀਆਂ ਸੰਗਤ ਜੋ ਵੀ ਲਹਿਰਾਂ ਨੇ, ਪਰ ਪੈਦਾ ਕਿੱਥੋਂ ਹੋਈਆਂ? ਉਹ ਪਾਣੀ ਦੇ ਵਿੱਚੋਂ, ਹਵਾ ਦੇ ਕਾਰਨ, ਹਵਾ ਦੀ ਉਪਾਧੀ ਕਾਰਨ। ਜਿਸ ਵੇਲੇ ਹਵਾ ਸ਼ਾਂਤ ਹੁੰਦੀ ਹੈ ਤਾਂ ਉਹ ਲਹਿਰਾਂ ਫਿਰ ਸਮੁੰਦਰ ਵਿੱਚ ਸਮਾ ਜਾਂਦੀਆਂ ਨੇ, ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ, ਭਾਵ ਸਮੁੰਦਰ ਵਿੱਚ ਅਭੇਦ ਹੋ ਜਾਂਦੀਆਂ। ਫਿਰ ਉਹਨਾਂ ਨੂੰ ਕੋਈ ਪਹਿਚਾਣਦਾ ਨਹੀਂ, ਉਹਨਾਂ ਨੂੰ ਦੂਜੀ ਦਵੈਤ ਨਿਗਾਹ ਨਾਲ, ਦੂਸਰੇ ਰੂਪ ਨਾਲ ਨਹੀਂ ਵੇਖਦਾ। ਜਿਸ ਵੇਲੇ ਸਮੁੰਦਰ ਵਿੱਚ ਅਭੇਦ ਹੁੰਦੀਆਂ ਸਾਰੇ ਕਹਿੰਦੇ ਭਾਈ ਸਮੁੰਦਰ ਹੈ। ਇਸ ਪ੍ਰਕਾਰ ਜਿਸ ਵੇਲੇ ਰੱਬ ਦੇ ਪਿਆਰੇ ਸੰਗਤੀ ਆਪਣੇ ਸਰੀਰ ਨੂੰ ਤਿਆਗ ਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਨੇ, ਫਿਰ ਸਤਿਗੁਰੂ ਦੇ ਵਚਨ ਨੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਕਿ ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ ਤੋਂ ਵੱਖਰੀਆਂ ਨੇ, ਇਸ ਪ੍ਰਕਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਮੈਂ ਤੇ ਮੇਰੇ ਪਿਆਰੇ ਵੱਖਰੇ ਨੇ। ਮਹਾਰਾਜ ਦੇ ਸੰਗਤ ਜੀ ਕਿੰਨਾ ਹੀ ਇਤਿਹਾਸ ਪੜ੍ਹ ਲਵੋ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇੱਥੋਂ ਤੱਕ ਵਚਨ ਨੇ ਕਿ ਜਿਹੜਾ ਪੰਜ ਸਿੰਘ ਰਹਿਤ ਵਹਿ ਧਾਰਨੀ ਸ਼ਸਤਰ ਧਾਰੀ ਹੋਵੇ, ਬਾਣੀ ਦੇ ਅਭਿਆਸੀ ਗੁਰਸਿੱਖਾਂ ਨੂੰ ਕੋਈ ਪ੍ਰਸ਼ਾਦਾ ਛਕਾਵੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਕੀਤੀ ਅਰਦਾਸ, ਉਹਨਾਂ ਦੀ ਰਸਨਾ ਤੋਂ ਉਚਰੇ ਬਚਨ, ਸਤਿਗੁਰੂ ਕਹਿੰਦੇ ਮੈਂ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨੇ ਸਮਿਆਂ ਵਿੱਚ ਪ੍ਰਤੱਖ ਕਰਕੇ ਵਿਖਾਉਂਦਾ ਹਾਂ। ਮਹਾਰਾਜ ਨੇ ਸੰਗਤ ਜੀ ਆਪ ਖਾਲਸੇ ਅੱਗੇ ਹੱਥ ਬੰਨ੍ਹ ਲਏ ਦਾਦੂ ਦੁਆਰੇ 'ਤੇ ਜਾ ਕੇ। ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਕਿ ਨਿਸ਼ਚੈ ਕਰ ਅਤ ਹੀ ਰਣ ਮੈਂ ਤਬ ਜੂਝ ਮਰੋ। ਕਿ ਗੁਰਸਿੱਖੋ ਅੱਜ ਅਸੀਂ ਰਣ ਤੱਤੇ ਵਿੱਚ ਜੂਝ ਕੇ ਸ਼ਹੀਦੀ ਪਾਉਣੀ ਹੈ। ਉੱਥੇ ਖਾਲਸੇ ਨੇ ਹੁਕਮ ਕੀਤਾ, ਮਹਾਰਾਜ ਤੁਸੀਂ ਬਚਨ ਕੀਤਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਾਹਿਓ ਕਰੋ ਨਿਵਾਸ। ਕਿ ਮਹਾਰਾਜ ਅੱਜ ਤੁਹਾਨੂੰ ਖਾਲਸਾ ਹੁਕਮ ਕਰਦਾ ਹੈ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਜਾਓ। ਉਸ ਵੇਲੇ ਸਤਿਗੁਰੂ ਸਾਹਿਬ ਨੇ ਸੰਗਤ ਜੀ ਚਮਕੌਰ ਦੀ ਗੜੀ ਛੱਡੀ। ਭਾਵ ਕਿ ਵਾਹਿਗੁਰੂ ਅਤੇ ਵਾਹਿਗੁਰੂ ਦੇ ਪਿਆਰੇ ਇੱਕ ਹੀ ਹੁੰਦੇ ਨੇ, ਕੋਈ ਅੰਤਰ ਨਹੀਂ। ਮਹਾਰਾਜ ਜੀ ਕਹਿੰਦੇ ਸਾਧ ਰੂਪ ਆਪਣਾ ਤਨ ਧਾਰਿਆ। ਜਿਹੜੇ ਪ੍ਰਮਾਤਮਾ ਦੇ 6 ਤਰ੍ਹਾਂ ਦੇ ਅਵਤਾਰ ਮੰਨੇ ਆ, ਉਹਨਾਂ ਵਿੱਚ ਜਿਹੜਾ ਪਹਿਲਾ ਅਵਤਾਰ ਹੈ ਉਹ ਸੰਤਾਂ ਦਾ ਅਵਤਾਰ, ਜਿਹਨੂੰ ਵਿਦਵਾਨਾਂ ਨੇ ਨਿੱਤ ਅਵਤਾਰ ਕਿਹਾ ਹੈ। ਹਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਨ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜਿਹੜੇ ਰੱਬ ਦੇ ਪਿਆਰੇ ਪਰਉਪਕਾਰ ਵਾਸਤੇ ਸੰਸਾਰ ਵਿੱਚ ਆਉਂਦੇ ਨੇ, ਜੰਮਣ ਮਰਨ ਤੋਂ ਰਹਿਤ ਹੁੰਦੇ ਨੇ, ਸਤਿਗੁਰੂ ਜੀ ਕਹਿੰਦੇ ਸਾਧ ਰੂਪ ਆਪਣਾ ਤਨ ਧਾਰੇ। ਕਿ ਵਾਹਿਗੁਰੂ ਨੇ ਹੀ ਆਪਣਾ ਸੰਤਾਂ ਵਾਲਾ ਰੂਪ ਧਾਰਨ ਕੀਤਾ ਹੈ, ਤਾਂ ਤੇ ਭਾਈ ਉਹ ਮਹਾਂਪੁਰਸ਼ ਅਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਭੇਦ ਨਹੀਂ। ਸਤਿਗੁਰੂ ਜੀ ਕਹਿੰਦੇ ਇੱਕ ਹੈ, ਜੋ ਪ੍ਰਾਨੀ ਨਿਸ ਦਿਨ ਭਜੇ ਰੂਪ ਰਾਮ ਤਿਹ ਜਾਨ। ਸਤਿਗੁਰੂ ਜੀ ਕਹਿੰਦੇ ਜਿਹੜੇ ਸਵਾਸ ਵਾਹਿਗੁਰੂ ਦਾ ਨਾਮ ਜਪਣ ਵਾਲੇ ਗੁਰਸਿੱਖ ਨੇ, ਉਹ ਤੇ ਭਾਈ ਰਮਿਆ ਹੋਇਆ ਪਰਮੇਸ਼ਰ ਇੱਕ ਹੀ ਹੈ। ਉਹਨਾਂ ਵਿੱਚ ਗੁਰਸਿੱਖੋ ਕੋਈ ਅੰਤਰ ਨਾ ਜਾਣਨਾ ਕਰੋ। ਅੱਗੇ ਗੁਰੂ ਸਾਹਿਬ ਜੀ ਬਖਸ਼ ਕਰਦੇ ਨੇ, ਹਰ ਜਨ ਹਰ ਅੰਤਰ ਨਹੀਂ,
ਨਾਨਕ ਸਾਚੀ ਮਾਨ। ਸਤਿਗੁਰੂ ਜੀ ਕਹਿੰਦੇ ਹਰ ਜਨ ਭਾਈ ਹਰੀ ਦੇ ਪਿਆਰੇ। ਜਨ ਦਾ ਅਰਥ ਹੈ ਸੇਵਕ, ਅਤੇ ਹਰ ਜਿਹੜਾ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਜਿਹੜਾ ਸਮੇਂ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਜਿਹੜਾ ਆਪਣੇ ਪਿਆਰਿਆਂ ਦੇ ਔਗਣਾਂ ਨੂੰ ਹਰਨ ਵਾਲਾ ਹੈ ਅਤੇ ਸ਼ੁਭ ਗੁਣ ਦੇਣ ਵਾਲਾ ਹੈ। ਹਰ ਜਨ ਹਰ ਅੰਤਰ ਨਹੀਂ, ਅੰਤਰ ਤੋਂ ਭਾਵ ਕਿ ਦੂਜਾਪਣ ਅਤੇ ਉਹਨਾਂ ਵਿੱਚ ਅੰਤਰ ਤੋਂ ਕਹੀਏ ਫਰਕ ਨਹੀਂ। ਨਾਨਕ ਸਾਚੀ ਮਾਨ। ਸਤਿਗੁਰੂ ਜੀ ਕਹਿੰਦੇ ਇਹ ਸਾਡੀ ਸੱਚੀ ਸਿੱਖਿਆ, ਗੁਰਸਿੱਖੋ ਮੰਨਣਾ ਕਰੋ। ਮੈਂ ਅਤੇ ਮੇਰੇ ਪਿਆਰਿਆਂ ਵਿੱਚ ਕੋਈ ਅੰਤਰ ਨਹੀਂ, ਅਸੀਂ ਇੱਕ ਹਾਂ। ਸਤਿਗੁਰੂ ਸਾਹਿਬ ਜੀ ਅੱਗੇ ਕਿਰਪਾ ਕਰਦੇ ਨੇ। ਮਨ ਮਾਇਆ ਮਹਿ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਗੁਰਸਿੱਖੋ, ਜਿਹੜਾ ਮਨ ਹੈ, ਮਨ ਮਾਇਆ ਮਹਿ ਫਦ ਰਹਿਓ, ਕਿ ਜਿਹੜਾ ਮਨ ਸੰਗਤ ਜੀ ਮਾਇਆ ਵਿੱਚ ਲੱਗਿਆ ਪਿਆ ਹੈ। ਬਿਸਰਿਓ ਗੋਬਿੰਦ ਨਾਮ, ਪਰਮਾਤਮਾ ਵਾਹਿਗੁਰੂ ਦਾ ਨਾਮ ਜੀਵ ਨੇ ਵਿਸਾਰ ਰੱਖਿਆ ਹੈ। ਕਿਉਂਕਿ ਸੰਗਤ ਜੀ ਮਹਾਰਾਜ ਦੇ ਬੜੇ ਗਹਿਰੇ ਵਚਨ ਨੇ ਕਿ ਜਿਹੜਾ ਮਨ ਹੈ ਉਹ ਮਾਇਆ ਵਿੱਚ ਫਸਿਆ ਹੈ, ਮਾਇਆ ਨੂੰ ਵਰਤਣ ਵਾਸਤੇ ਨਹੀਂ ਰੱਖਿਆ। ਜਿਸ ਪ੍ਰਕਾਰ ਸੰਗਤ ਜੀ ਮੱਖੀ ਹੁੰਦੀ ਹੈ, ਜੇਕਰ ਉਹ ਮੱਖੀ ਗੁੜ ਦੀ ਭੇਲੀ ਨੂੰ ਆਸੇ ਪਾਸੇ ਤੋਂ ਚੱਖੀ ਜਾਵੇ, ਭਾਵ ਖਾਈ ਜਾਵੇ, ਤਾਂ ਉਹ ਮੱਖੀ ਸੰਗਤ ਜੀ ਨਾਲੇ ਆਪਣਾ ਜੀਵਨ ਬਤੀਤ ਕਰਦੀ ਹੈ, ਨਾਲੇ ਗੁੜ ਦਾ ਆਨੰਦ ਮਾਣਦੀ ਹੈ। ਤਾਂ ਜਿਸ ਵੇਲੇ ਉਹ ਮੱਖੀ ਪਿਆਰਿਓ ਗੁੜ ਦੀ ਭੇਲੀ ਉੱਪਰ ਕਾਬਜ਼ ਹੁੰਦੀ ਹੈ, ਉਹ ਸਮਝਦੀ ਹੈ ਕਿ ਮੇਰੀ ਹੈ, ਮੈਂ ਸਦੀਵ ਇਹਦੇ ਉੱਤੇ ਵਾਸ ਕਰਨਾ ਹੈ। ਫਿਰ ਤੁਸੀਂ ਵੇਖਿਓ ਮੱਖੀ ਦੇ ਰਸਨਾਂ ਦੇ ਵਿੱਚੋਂ ਪਾਣੀ ਗਿਰ ਕੇ ਉਹ ਭੇਲੀ ਉੱਪਰ ਜਾ ਚੁੰਬੜਦਾ, ਅਤੇ ਭੇਲੀ ਦੇ ਵਿੱਚ ਸੰਗਤ ਜੀ ਗੁੜ ਗਿੱਲਾ ਹੋਣ ਕਰਕੇ ਮੱਖੀ ਆਪਣੇ ਖੰਭ ਪੈਰ ਉਹਦੇ ਵਿੱਚ ਵਸਾ ਕੇ ਫਿਰ ਮਰ ਜਾਂਦੀ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਭਾਈ ਮਨ ਨੂੰ ਮਾਇਆ ਦੇ ਵਿੱਚ ਲਾਇਆ ਹੈ, ਜਿਨ੍ਹਾਂ ਨੇ ਗੋਬਿੰਦ ਦੇ ਨਾਮ ਨੂੰ ਵਿਸਾਰਿਆ ਹੈ, ਮਹਾਰਾਜ ਸ਼੍ਰੀ ਤਰਲੋਚਨ ਜੀ ਉਹਨਾਂ ਦੀ ਅਵਸਥਾ ਕਥਨ ਕਰਦੇ ਨੇ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਭਗਤ ਜੀ ਕਹਿੰਦੇ ਜਿਹੜੇ ਅੰਤ ਨੂੰ, ਕਿਉਂਕਿ ਜਿਹੜਾ ਜੀਵ ਹਰ ਵੇਲੇ ਕਿਸੇ ਨੂੰ ਚੇਤੇ ਕਰਦਾ। ਤੁਸੀਂ ਵੇਖਿਓ ਜਿਵੇਂ ਕੱਪੜੇ ਦੇ ਜਿਹੜੇ ਵਪਾਰੀ ਨੇ, ਕੱਪੜਾ ਵੇਚਣ ਵਾਲੇ ਗੁਰਸਿੱਖ ਹੁੰਦੇ ਨੇ ਪਿਆਰੇ, ਜਿਸ ਵੇਲੇ ਉਹ ਦੁਕਾਨ 'ਤੇ ਸਾਰਾ ਦਿਨ ਕੱਪੜੇ ਦਾ ਕੰਮ ਕਰਦੇ, ਉਹਨਾਂ ਨੂੰ ਰਾਤ ਨੂੰ ਸੁਪਨੇ ਵੀ ਕੱਪੜੇ ਵੇਚਣ ਦੀ ਆਉਣਗੇ। ਜਿਹੜੇ ਕਿਸਾਨ ਵੀ ਖੇਤਾਂ ਵਿੱਚ ਖੇਤਾਂ ਦਾ ਕੰਮ ਕਰਦੇ, ਕਈ ਵਾਰੀ ਵਿਚਾਰਿਆਂ ਦੀ ਸੁਰਤ ਰਾਤ ਨੂੰ ਖੇਤਾਂ ਵਿੱਚ ਚਲੀ ਜਾਂਦੀ। ਕੋਈ ਜਿਹੋ ਜਿਹਾ ਵਿਵਹਾਰ ਕਰਦਾ ਹੈ, ਉਹਦੀ ਸੁਰਤ ਸੰਗਤ ਜੀ ਉੱਥੇ ਲੱਗੀ ਰਹਿੰਦੀ ਹੈ। ਇਸ ਪ੍ਰਕਾਰ ਸ੍ਰੀ ਤਰਲੋਚਨ ਜੀ ਕਹਿੰਦੇ ਜਿਹੜੇ ਹਰ ਵੇਲੇ ਮਾਇਆ 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 ਪਿੱਛੇ ਦੌੜਦੇ ਰਹਿੰਦੇ ਨੇ, ਅੰਤ ਨੂੰ ਉਹਨਾਂ ਦੀ ਜਿਹੜੀ ਸਿਮਰਤੀ ਹੈ, ਜਿਹੜੀ ਯਾਦ ਹੈ, ਉਹ ਵੀ ਮਾਇਆ ਵਿੱਚ ਜਾ ਲੱਗਦੀ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਜਿਹੇ ਮਰੈ, ਸਰਪ ਜੋਨ ਬਾਲ ਬਾਲ ਉਤਰੈ। ਫਿਰ ਭਗਤ ਜੀ ਕਹਿੰਦੇ ਉਹ ਭਾਈ ਤ੍ਰਿਗ ਜੂਨਾਂ ਦੇ ਵਿੱਚ ਜਾ ਪੈਂਦੇ ਨੇ, ਸੱਪ ਵਰਗੀ ਉਹਨਾਂ ਨੂੰ ਜੋਨ ਪ੍ਰਾਪਤ ਹੁੰਦੀ ਹੈ। ਵਿਦਵਾਨਾਂ ਦਾ ਕਥਨ ਹੈ, ਸਤਿਗੁਰੂ ਜੀ ਦਾ ਵੀ ਕਥਨ ਹੈ ਕਿ ਜਿਹੜਾ ਸੱਪ ਹੁੰਦਾ ਹੈ ਸੰਗਤ ਜੀ ਦੀ ਬੜੀ ਵੱਡੀ ਆਰਜੂ ਹੁੰਦੀ ਹੈ, ਇਹ ਬਹੁਤ ਸਮਾਂ ਜੀਵਨ ਬਤੀਤ ਕਰਦਾ ਹੈ। ਤਾਂ ਤੇ ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਮਾਇਆ ਨੂੰ, ਇਹ ਮਾਇਆ ਜਗ ਮੋਹਣੀ ਹੈ, ਇਹਨੇ ਤਿੰਨੇ ਲੋਕਾਂ ਨੂੰ ਮੋਹ ਲਿਆ ਹੈ। ਮਨਮੁਖਾ ਦੇ ਸਤਿਗੁਰੂ ਜੀ ਕਹਿੰਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਪਰ ਜਿਹੜੇ ਮਨਮੁਖ ਨੇ ਉਹ ਇਹਦੇ ਵਸੀਕਰਨ ਹੋ ਜਾਂਦੇ, ਉਹਨਾਂ ਨੂੰ ਡਸ ਲੈਂਦੀ ਹੈ। ਅਤੇ ਗੁਰਮੁਖ ਬਾਬਾ ਈਸ਼ਰ ਸਿੰਘ ਜੀ ਵਰਗੇ ਸੰਤ ਮਹਾਂਪੁਰਖ ਜਿਹੜੇ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਣ ਵਾਲੇ ਆ, ਉਹ ਸੰਗਤ ਜੀ ਇਹਨੂੰ ਸੰਗੋਂ ਆਪਣੇ ਵਸੀਕਰਨ ਕਰ ਲੈਂਦੇ ਆ। ਜਿਵੇਂ ਜੋਗੀ ਲੋਕ ਸੰਗਤ ਜੀ ਹੁੰਦੇ ਆ, ਜਿਹੜੇ ਜੋਗੀ ਉਹ ਸਪਨੇ ਨੂੰ ਆਪਣੇ ਅਧੀਨ ਕਰ ਲੈਂਦੇ, ਆਪਣੀ ਪਟਾਰੀ ਵਿੱਚ ਪਾ ਲੈਂਦੇ ਆ। ਇਸ ਪ੍ਰਕਾਰ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਆ, ਉਹ ਵੀ ਇਸ ਮਾਇਆ ਨੂੰ ਆਪਣੇ ਅਧੀਨ, ਆਪਣੇ ਵਸੀਕਰਨ ਕਰ ਲੈਂਦੇ ਹੈ। ਕਈ ਮਹਾਂਪੁਰਸ਼ ਐਸੇ ਵੇਖੇ ਨੇ, ਦਾਸ ਨੇ ਵੀ ਆਪਣੀ ਜ਼ਿੰਦਗੀ 'ਚ ਪਾਓ ਇੱਕ ਵਾਰੀ ਆਪਣੇ ਖੀਸੇ ਵਿੱਚ ਹੱਥ ਪਾਉਂਦੇ ਆ ਤਾਂ ਸੰਗਤ ਦੀ ਮਾਇਆ ਬੇਅੰਤ ਆਈ ਜਾਂਦੀ ਹੈ, ਉਹਨਾਂ ਕੋਲ ਮਾਇਆ ਮੁੱਕਦੀ ਨਹੀਂ। ਉਦਾਹਰਨ ਤੌਰ 'ਤੇ ਜਿਸ ਵੇਲੇ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼ ਸ੍ਰੀ ਹਜ਼ੂਰ ਸਾਹਿਬ ਲੰਗਰ ਲਾਉਣ ਵਾਸਤੇ ਗਏ ਸੀ, ਤਾਂ ਉਹਨਾਂ ਦੇ ਨਾਲ ਸੰਗਤ ਜੀ ਉੱਥੋਂ ਦੇ ਲੋਕ ਦੱਖਣੀਆਂ ਨੇ ਬੜੀ ਦਵੈਸ਼ ਕੀਤੀ ਕਿ ਬਗਾਨੇ ਦੇਸ਼ ਤੋਂ ਵਾਹਿਗੁਰੂ ਪੰਜਾਬ ਤੋਂ ਆਇਆ ਹੋਇਆ ਹੈ। ਮਨ ਵਿੱਚ ਸੰਗਤ ਜੀ ਐਸੇ ਭੈੜੇ ਵਿਚਾਰ ਕਰਕੇ ਮਹਾਂਪੁਰਸ਼ਾਂ ਦੇ ਨਾਲ ਲੜਾਈ ਝਗੜੇ ਕੀਤੇ।
ਕਿ ਰੱਬ ਦੇ ਪਿਆਰੇ ਹੈ ਸੰਗਤ ਜੀ, ਉਹਨਾਂ ਦਾ ਸੁਭਾਅ ਹੁੰਦਾ ਉਹ ਕਿਸੇ ਨਾਲ ਦਵੈਸ਼ ਨਹੀਂ ਕਰਦੇ, ਕਿਸੇ ਨਾਲ ਲੜਦੇ ਨਹੀਂ। ਉਹ ਸਾਧੂ ਜੋਗੀ ਰਮਤੇ ਹੁੰਦੇ ਨੇ, ਅਗਲੇ ਨਗਰ ਜਾ ਵਾਸ ਕਰ ਲੈਂਦੇ ਨੇ। ਤਾਂ ਬਾਬਾ ਜੀ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ ਵੀ ਸਟੇਸ਼ਨ 'ਤੇ ਆ ਕੇ ਜਿਸ ਵੇਲੇ ਬੈਠੇ ਤਾਂ ਬਰਾਗ ਇੰਨਾ ਸੀ, ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਗਏ ਸੀ, ਮਹਾਰਾਜ ਮਨ ਵਿੱਚ ਇਹ ਸੰਕਲਪ ਸੀ ਕਿ ਤੁਹਾਡੀਆਂ ਸੰਗਤਾਂ ਇੱਥੇ ਦੂਰ ਦਰਾਡੇ ਤੋਂ ਆਉਂਦੀਆਂ ਹਨ। ਉਹਨਾਂ ਸਮਿਆਂ ਵਿੱਚ ਸੰਗਤ ਦੀ ਟ੍ਰੇਨਾਂ ਦਾ ਬਹੁਤ ਘੱਟ ਆਵਾਜਾਵੀ ਸੀ ਅੱਜ ਵਾਂਗੂ, ਕਿ ਮਹਾਰਾਜ ਸੰਗਤਾਂ ਨੂੰ 2-2 ਮਹੀਨੇ ਮਹੀਨਾ ਲੱਗ ਜਾਂਦਾ ਆਉਂਦੀਆਂ ਜਾਂਦੀਆਂ ਸਿੱਖ ਸੰਗਤਾਂ ਨੂੰ, ਅਤੇ ਫਿਰ ਸੰਗਤਾਂ ਇੱਥੇ ਕਾਫੀ ਸਮਾਂ ਰਹਿੰਦੀਆਂ ਨੇ। ਮੇਰਾ ਚਿੱਤ ਸੀ ਮਹਾਰਾਜ ਉਹਨਾਂ ਨੂੰ ਛਕਾਇਆ ਵੇ ਲੰਗਰ ਆਪ ਜੀ ਛਕਦੇ ਹੋ, ਮੈਂ ਤਾਂ ਉਹਨਾਂ ਦੀ ਸੇਵਾ ਕਰਨ ਵਾਸਤੇ ਆਇਆ ਸੀ। ਜਿਸ ਵੇਲੇ ਸੰਗਤ ਜੀ ਇਉਂ ਸਟੇਸ਼ਨ 'ਤੇ ਬੈਠੇ ਵਿਰਾਗ ਕਰ ਰਹੇ ਨੇ ਤਾਂ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਤੱਖ ਪ੍ਰਗਟ ਹੋ ਗਏ। ਆ ਕੇ ਬਾਬਾ ਨਿਧਾਨ ਸਿੰਘ ਦੇ ਸੀਸ 'ਤੇ ਹੱਥ ਰੱਖਿਆ, ਬਖਸ਼ਾਂ ਕੀਤੀਆਂ ਕਿ ਨਿਧਾਨ ਸਿਆ ਜਾ ਕੇ ਲੰਗਰ ਚਲਾ, ਹੱਥ ਤੇਰਾ ਦੇ ਖੀਸਾ ਸਾਡਾ ਹੋਵੇਗਾ। ਅੱਜ ਵੀ ਸੰਗਤ ਜੋ ਬਰਕਤਾਂ ਵਰਤ ਰਹੀਆਂ ਨੇ। ਸ੍ਰੀ ਹਜ਼ੂਰ ਸਾਹਿਬ ਲੰਗਰ ਦੇ ਵਿੱਚ ਜਿਹੜਾ ਗੁਰਮੁਖ ਇੱਕ ਵਾਰੀ ਜਾ ਕੇ ਪ੍ਰਸ਼ਾਦਾ ਛਕ ਲਵੇ, ਉਹਨੂੰ ਘਰ ਆ ਕੇ 10 ਦਿਨ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ। ਭਾਵ ਕਿ ਇਹਨਾਂ ਉਸ ਪ੍ਰਸ਼ਾਦੇ ਵਿੱਚ, ਇਹਨਾਂ ਉਸ ਪਦਾਰਥ ਦੇ ਵਿੱਚ ਨਾਮ ਦਾ ਸਿਮਰਨ ਦਾ ਆਨੰਦ, ਇਹਨਾਂ ਓਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੀ ਉੱਥੇ ਬੰਦਗੀ ਵਰਤ ਰਹੀ ਹੈ। ਤਾਂ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਨ ਜਿਹੜੇ ਇਹੋ ਜਿਹੇ ਰਾਜੇ ਜੋਗੀ ਮਹਾਂਪੁਰਸ਼ ਹੁੰਦੇ ਨੇ ਸੰਗੋ ਮਾਇਆ ਨੂੰ ਆਪਣੇ ਅਧੀਨ ਕਰ ਲੈਂਦੇ ਨੇ। ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਅੱਜ ਵੇਖੋ ਇੱਕ ਪਰਿਵਾਰ ਨੂੰ ਚਲਾਉਣਾ ਬੜਾ ਔਖਾ ਹੈ। ਉੱਥੇ ਪਤਾ ਨਹੀਂ ਕਿੰਨੀਆਂ ਕੁ ਸਿੱਖ ਸੰਗਤਾਂ ਜਾ ਕੇ ਗੁਰੂ ਕੇ ਲੰਗਰ ਛਕਦੀਆਂ ਨੇ, 24 ਘੰਟੇ ਗੁਰੂ ਕੇ ਲੰਗਰ ਵਰਤ ਰਹੇ ਨੇ। ਸੰਗੋਂ ਵਰਤ ਵੀ ਨਹੀਂ ਰਹੇ ਜਿਹੜੀਆਂ ਸਿੱਖ ਸੰਗਤਾਂ ਪੰਜਾਬ ਨੂੰ ਹੋਰ ਰਾਜਾਂ ਨੂੰ ਜਾਂਦੀਆਂ, ਉਹਨਾਂ ਨੂੰ ਨਾਲ ਗੱਫੇ ਪ੍ਰਸ਼ਾਦੇ ਬੰਨ੍ਹ ਕੇ ਵੀ ਦਿੰਦੇ ਨੇ। ਸੋ ਇਸ ਪ੍ਰਕਾਰ ਜਿਹੜੀ ਮਾਇਆ ਹੈ ਉਹ ਭਾਈ ਰੱਬ ਦੇ ਪਿਆਰਿਆਂ ਦੀ ਦਾਸ ਵੀ ਬਣ ਕੇ ਰਹਿੰਦੀ ਹੈ, ਉਹਨਾਂ ਦੇ ਚਰਨਾਂ ਵਿੱਚ ਰਹਿੰਦੀ ਹੈ। ਪਰ ਜਿਹੜੇ ਮੂਰਖ ਅਤੇ ਅਗਿਆਨੀ ਸੰਸਾਰ ਦੇ ਜੀਵ ਨੇ, ਸਤਿਗੁਰੂ ਜੀ ਕਹਿੰਦੇ ਮਨ ਮਾਇਆ ਮੈਂ ਫੱਦ ਰਹਿਓ, ਬਿਸਰਿਓ ਗੋਬਿੰਦ ਨਾਮ। ਉਹ ਮਾਇਆ ਵਿੱਚ ਲੱਗ ਕੇ ਉਹਨਾਂ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ। ਅੱਗੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ। ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਕਿ ਹੈ ਗੁਰਸਿੱਖੋ, ਹਰੀ ਵਾਹਿਗੁਰੂ ਪਰਮਾਤਮਾ ਦੇ ਭਜਨ ਤੋਂ, ਸਤਿਗੁਰੂ ਦੇ ਸਿਮਰਨ ਤੋਂ ਬਿਨਾਂ ਭਾਈ ਜੀਵਨ ਕਿਹੜੇ ਕੰਮ ਹੈ। ਭਾਵ ਜੀਵਨ ਵਿਅਰਥ ਹੀ ਬਤੀਤ ਹੋ ਗਿਆ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਸੰਗਤ ਜੀ ਇੱਥੇ ਸ਼ਬਦ ਦੀ ਸਮਾਪਤੀ ਹੈ।